ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਸੰਗਤ ਜੀ, ਗੁਰੂ ਅਮਰਦਾਸ ਜੀ ਦਾ ਜੀਵਨ ਬਿਰਤਾਂਤ ਅੱਗੇ ਵਧਾਉਂਦੇ ਹੋਏ ਜਦ ਲੱਕੜਾਂ ਦੀ ਲੋੜ ਪੂਰੀ ਹੋ ਗਈ ਤਾਂ ਗੁਰੂ ਜੀ ਨੇ ਸਾਵਣ ਮੱਲ ਨੂੰ ਗੋਇੰਦਵਾਲ ਵਾਪਸ ਸੱਦ ਭੇਜਿਆ। ਪਰ ਸਾਵਣ ਮੱਲ ਨੇ ਵਿਚਾਰਿਆ ਕਿ ਜੇਕਰ ਮੈਂ ਚਲਿਆ ਗਿਆ ਤਾਂ ਗੁਰੂ ਜੀ ਮੇਰੇ ਪਾਸੋਂ ਆਪਣਾ ਰੁਮਾਲ ਲੈ ਲੈਣਗੇ, ਫਿਰ ਮੇਰੀ ਕੋਈ ਮਾਨਤਾ ਨਹੀਂ ਰਹੇਗੀ, ਮੇਰੀ ਸਾਰੀ ਸ਼ਕਤੀ ਚਲੀ ਜਾਏਗੀ। ਚੰਗਾ ਇਹੀ ਹੈ ਕਿ ਮੈਂ ਗੋਇੰਦਵਾਲ ਨਾ ਹੀ ਜਾਵਾਂ। ਇਹ ਵਿਚਾਰ ਕੇ ਜਦ ਸਾਵਣ ਮੱਲ ਗੁਰੂ ਜੀ ਦੀ ਆਗਿਆ ਦਾ ਪਾਲਣ ਨਾ ਕੀਤਾ ਤਾਂ ਗੁਰੂ ਜੀ ਨੇ ਆਪਣੀ ਸਾਰੀ ਸ਼ਕਤੀ ਖਿੱਚ ਲਈ। ਸ਼ਕਤੀ ਦੇ ਚਲੇ ਜਾਣ ਨਾਲ ਸਾਵਣ ਮੱਲ ਬਹੁਤ ਪਛਤਾਇਆ ਅਤੇ ਗੁਰੂ ਜੀ ਤੋਂ ਆਪਣੀ ਭੁੱਲ ਬਖਸ਼ਾਉਣ ਵਾਸਤੇ ਗੋਇੰਦਵਾਲ ਜਾਣ ਵਾਸਤੇ ਤਿਆਰ ਹੋ ਕੇ ਉਸਨੇ ਰਾਜੇ ਨੂੰ ਕਿਹਾ ਕਿ ਆਪਣੇ ਪਰਿਵਾਰ ਸਹਿਤ ਗੋਇੰਦਵਾਲ ਚੱਲ ਕੇ ਗੁਰੂ ਜੀ ਦੇ ਦਰਸ਼ਨ ਕਰਕੇ ਆਪਣਾ ਜਨਮ ਸਫਲ ਕਰ ਲਵੋ। ਗੁਰੂ ਜੀ ਆਪਣੇ ਸੇਵਕਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰ ਦਿੰਦੇ ਹਨ। ਸਾਵਣ ਮੱਲ ਦੀ ਪ੍ਰੇਰਨਾ ਨਾਲ ਰਾਜਾ ਤੇ ਰਾਣੀ ਵੀ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਗੋਇੰਦਵਾਲ ਆ ਗਏ। ਪਹਿਲਾਂ ਸਾਵਣ ਮੱਲ ਆਪ ਇਕੱਲਾ ਹੀ ਗੁਰੂ ਜੀ ਪਾਸ ਹਾਜ਼ਰ ਹੋਇਆ ਅਤੇ ਮੱਥਾ ਟੇਕ ਕੇ ਆਖਿਆ ਕਿ ਮਹਾਰਾਜ, ਹਰੀਪੁਰ ਦਾ ਰਾਜਾ ਆਪਣੀਆਂ ਰਾਣੀਆਂ ਸਹਿਤ ਆਪ ਜੀ ਦੇ ਦਰਸ਼ਨ ਕਰਨ ਆਇਆ ਹੈ। ਗੁਰੂ ਜੀ ਦੇ ਬਚਨ ਕੀਤਾ ਕਿ ਰਾਜਾ ਪਹਿਲਾਂ ਲੰਗਰ ਵਿੱਚੋਂ ਪ੍ਰਸ਼ਾਦ ਛਕ ਕੇ ਫਿਰ ਸਾਡੇ ਪਾਸ ਆਵੇ ਅਤੇ ਜੇਕਰ ਉਸ ਦੀਆਂ ਰਾਣੀਆਂ ਵੀ ਆਉਣਾ ਚਾਹਣ ਤਾਂ ਉਹ ਚਿੱਟੇ ਕੱਪੜੇ ਪਹਿਨ ਕੇ ਆਉਣ, ਰੰਗਦਾਰ ਕੱਪੜੇ ਪਹਿਨ ਕੇ ਕੋਈ ਨਾ ਆਵੇ ਅਤੇ ਨਾ ਹੀ ਕੋਈ ਮੂੰਹ ਕੱਜ ਕੇ ਆਵੇ। ਜਦ ਰਾਜਾ ਇਸ ਤਰ੍ਹਾਂ ਗੁਰੂ ਜੀ ਦੀ ਆਗਿਆ ਅਨੁਸਾਰ ਹੀ ਪ੍ਰਸ਼ਾਦ ਛਕ ਕੇ ਰਾਣੀਆਂ ਨੂੰ ਚਿੱਟੇ ਕੱਪੜੇ ਪਵਾ ਕੇ ਗੁਰੂ ਜੀ ਦੇ ਹਾਜ਼ਰ ਹੋਇਆ ਤਾਂ ਇੱਕ ਰਾਣੀ ਨੇ ਗੁਰੂ ਜੀ ਪਾਸ ਕੁਝ ਸਿੱਖ ਬੈਠੇ ਹੋਏ ਵੇਖ ਕੇ ਘੁੰਡ ਕੱਢ ਲਿਆ। ਗੁਰੂ ਜੀ ਨੇ ਉਸ ਨੂੰ ਵੇਖ ਕੇ ਆਖਿਆ, ਇਹ ਕਮਲੀ ਕਿਸ ਕਰਕੇ ਆਈ ਹੈ? ਜੇਕਰ ਇਸ ਨੂੰ ਸਾਡੇ ਦਰਸ਼ਨ ਕਰਨੇ ਚੰਗੇ ਨਹੀਂ ਲੱਗਦੇ ਸਨ। ਆਪ ਜੀ ਦੇ ਇਸ ਸੁਭਾਵਕ ਵਾਕ ਨਾਲ ਹੀ ਉਹ ਰਾਣੀ ਤਤਛਣ ਹੀ ਸੁੱਧ ਬੁੱਧ ਭੁੱਲ ਕੇ ਚੀਕਾਂ ਮਾਰਦੀ ਹੋਈ ਬਾਹਰ ਨੂੰ ਭੱਜ ਗਈ। ਇਹ ਗੱਲ ਵੇਖ ਕੇ ਰਾਜਾ ਬੜਾ ਪਰੇਸ਼ਾਨ ਹੋਇਆ। ਉਸ ਨੂੰ ਗੁਰੂ ਜੀ ਦੇ ਬਚਨਾਂ ਉੱਤੇ ਬਹੁਤ ਸ਼ਰਧਾ ਵੱਜ ਗਈ। ਰਾਜਾ ਗੁਰੂ ਜੀ ਦੇ ਦਰਸ਼ਨ ਕਰਕੇ ਵਾਪਸ ਆਪਣੇ ਰਾਜ ਨੂੰ ਚਲਿਆ ਗਿਆ। ਗੁਰੂ ਜੀ ਨੇ ਸਾਵਣ ਮੱਲ ਦਾ ਸ਼ਰਧਾ ਪ੍ਰੇਮ ਵੇਖ ਕੇ ਉਸ ਨੂੰ ਫਿਰ ਵਾਰ ਸ਼ਕਤੀ ਬਖਸ਼ ਦਿੱਤੀ ਅਤੇ ਆਖਿਆ ਕਿ ਤੁਸੀਂ ਹਰੀਪੁਰ ਜਾ ਕੇ ਗੁਰੂ ਸਿੱਖੀ ਦਾ ਪ੍ਰਚਾਰ ਕਰੋ, ਫਿਰ ਕਦੀ ਮਨ ਵਿੱਚ ਇਸ ਸ਼ਕਤੀ ਦਾ ਹੰਕਾਰ ਨਾ ਕਰਨਾ। ਕਮਲੀ ਹੋ ਗਈ ਰਾਣੀ ਦਾ ਵਿਆਹ ਗੁਰੂ ਜੀ ਨੇ ਆਪਣੇ ਸਿੱਖ ਸੱਚ ਨਾਲ ਜੋ ਲੰਗਰ ਵਾਸਤੇ ਜੰਗਲ ਵਿੱਚੋਂ ਲੱਕੜਾ ਲਿਆਉਂਦਾ ਸੀ ਉਸ ਨਾਲ ਕਰ ਦਿੱਤਾ ਅਤੇ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਰਾਣੀ ਦਾ ਰੋਗ ਵੀ ਦੂਰ ਕਰ ਦਿੱਤਾ। ਸ਼੍ਰੀ ਅੰਗਦ ਦੇਵ ਸਾਹਿਬ ਜੀ ਦੇ ਦੋ ਪੁੱਤਰ ਵੱਡੇ ਦਾਸੂ ਜੀ ਅਤੇ ਛੋਟੇ ਦਾਤੂ ਜੀ ਜਦ ਸ਼੍ਰੀ ਗੁਰੂ ਅਮਰਦਾਸ ਜੀ ਦੀ ਬਹੁਤ ਮਹਿਮਾ ਦੂਰ ਦੂਰ ਤੱਕ ਹੋਣ ਲੱਗੀ ਤਾਂ ਦਾਤੂ ਜੀ ਬਹੁਤ ਈਰਖਾ ਕਰਕੇ ਗੁਰਗੱਦੀ ਸੰਭਾਲਣ ਵਾਸਤੇ ਗੋਇੰਦਵਾਲ ਚਲੇ ਗਏ। ਗੁਰੂ ਸਾਹਿਬ ਜੀ ਦੀ ਸੰਗਤ ਵਿੱਚ ਆਪਣੀ ਗੱਦੀ ਉੱਤੇ ਬਿਰਾਜ ਰਹੇ ਸਨ। ਦਾਤੂ ਜੀ ਨੇ ਆਉਂਦੇ ਸਾਰ ਹੀ ਬੜੇ ਗੁੱਸੇ ਨਾਲ ਗੁਰੂ ਜੀ ਦੀ ਪਿੱਠ ਵਿੱਚ ਇੱਕ ਜ਼ੋਰ ਦੀ ਲੱਤ ਮਾਰੀ, ਜਿਸ ਨਾਲ ਗੁਰੂ ਜੀ ਗੱਦੀ ਤੋਂ ਡਿੱਗ ਪਏ। ਦਾਤੂ ਜੀ ਅਜੇ ਕੁਝ ਹੋਰ ਕਰਨ ਵਾਸਤੇ ਸੋਚ ਹੀ ਰਹੇ ਸਨ ਕਿ ਗੁਰੂ ਜੀ ਦਾਤੂ ਜੀ ਦਾ ਪੈਰ ਫੜ ਕੇ ਕੁੱਟਣ ਲੱਗ ਪਏ ਅਤੇ ਕਹਿਣ ਲੱਗੇ ਕਿ ਮੇਰਾ ਬਿਰਧ ਸਰੀਰ ਹੋਰ ਕਰਕੇ ਕਠੋਰ ਹੈ, ਆਪ ਜੀ ਦੇ ਕੋਮਲ ਚਰਨ ਨੂੰ ਸੱਟ ਲੱਗੀ ਹੋਵੇਗੀ। ਆਪ ਜੀ ਮੇਰੇ ਗੁਰਦੇਵ ਦੇ ਪੁੱਤਰ ਹੋ, ਮੈਨੂੰ ਉੱਠ ਕੇ ਆਪ ਜੀ ਦਾ ਸਨਮਾਨ ਕਰਨਾ ਚਾਹੀਦਾ ਸੀ, ਪਰ ਮੇਰੇ ਪਾਸੋਂ ਭੁੱਲ ਹੋ ਗਈ, ਮੈਂ ਉੱਠ ਕੇ ਸਨਮਾਨ ਨਹੀਂ ਕੀਤਾ, ਆਪ ਜੀ ਨੇ ਬਖਸ਼ ਦੇਣਾ। ਇਹ ਆਖ ਕੇ ਗੁਰੂ ਜੀ ਆਪਣੇ ਨਿਵਾਸ ਸਥਾਨ ਤੇ ਆ ਗਏ ਅਤੇ ਦਾਤੂ ਜੀ ਗੱਦੀ ਉੱਤੇ ਬੈਠ ਗਿਆ। ਦੂਸਰੇ ਦਿਨ ਜਦ ਕੋਈ ਸਿੱਖ ਦਾਤੂ ਜੀ ਪਾਸ ਭੇਟਾ ਲੈ ਕੇ ਮੱਥਾ ਟੇਕਣ ਨਾ ਗਿਆ ਤਾਂ ਸੰਧਿਆ ਸਮੇਂ ਉਦਾਸ ਹੋ ਕੇ ਗੁਰੂ ਜੀ ਦੇ ਘਰ ਦਾ ਕੀਮਤੀ ਸਮਾਨ ਅਤੇ ਚੜਾਵੇ ਦੀ ਇਕੱਠੀ ਹੋਈ ਮਾਇਆ ਸਭ ਕੁਝ ਖੱਚਰ ਉੱਤੇ ਲੱਦ ਕੇ ਖਡੂਰ ਨੂੰ ਤੁਰ ਪਿਆ। ਰਸਤੇ ਵਿੱਚ ਰਾਤ ਦੇ ਸਮੇਂ ਇਹ ਸਭ ਕੁਝ ਚੋਰਾਂ ਨੇ ਲੁੱਟ ਲਿਆ ਅਤੇ ਦਾਤੂ ਜੀ ਸੇਵਕਾਂ ਨਾਲ ਸੱਖਣੇ ਹੱਥ ਹੀ ਖਡੂਰ ਪਹੁੰਚ ਕੇ ਬਹੁਤ ਪਛਤਾਏ। ਇਸ ਤੋਂ ਬਿਨਾਂ ਇੱਕ ਹੋਰ ਗੱਲ ਇਹੀ ਹੋਈ ਕਿ ਜਿਹੜੀ ਲੱਤ ਦਾਤੂ ਜੀ ਨੇ ਗੁਰੂ ਜੀ ਨੂੰ ਮਾਰੀ ਸੀ ਉਸ ਵਿੱਚ ਪੀੜ ਹੋਣ ਲੱਗ ਗਈ। ਇੱਧਰ ਗੁਰੂ ਜੀ ਇਸ ਦੁਵਿਧਾ ਤੋਂ ਬਚਣ
ਵਾਸਤੇ ਇਕੱਲੇ ਹੀ ਉੱਠ ਕੇ ਤੁਰ ਪਏ ਅਤੇ ਬਾਸਰ ਕੇ ਪਹੁੰਚ ਗਏ। ਪਿੰਡ ਤੋਂ ਬਾਹਰ ਇੱਕ ਕੱਚੇ ਕੋਠੇ ਵਿੱਚ ਬੈਠ ਕੇ ਕੋਠੇ ਦੇ ਬਾਹਰ ਬੂਹੇ 'ਤੇ ਲਿਖ ਦਿੱਤਾ ਕਿ ਇਸ ਬੂਹੇ ਨੂੰ ਜੋ ਖੋਲ੍ਹੇਗਾ ਉਸ ਦੇ ਲੋਕ ਪਰਲੋਕ ਦੋਵੇਂ ਹੀ ਗਵਾਚ ਜਾਣਗੇ। ਅਸੀਂ ਉਸ ਦੀ ਹਾਮੀ ਨਹੀਂ ਭਰਾਂਗੇ। ਪਿੱਛੋਂ ਜਦ ਦਿਨ ਚੜ੍ਹਿਆ ਤਾਂ ਗੁਰੂ ਜੀ ਨੂੰ ਨਾ ਵੇਖ ਕੇ ਲੋਕਾਂ ਵਿੱਚ ਰੌਲਾ ਪੈ ਗਿਆ। ਸੰਗਤਾਂ ਇਕੱਠੀਆਂ ਹੋ ਕੇ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਨੂੰ ਲੱਭ ਕੇ ਵਾਪਿਸ ਲਿਆਉਣਾ ਚਾਹੀਦਾ ਹੈ। ਬਾਬਾ ਜੀ ਨੇ ਆਖਿਆ ਕਿ ਗੁਰੂ ਜੀ ਦੀ ਘੋੜੀ ਉੱਤੇ ਕਾਠੀ ਪਾ ਕੇ ਛੱਡ ਦਿਓ ਅਤੇ ਉਸ ਦੇ ਪਿੱਛੇ ਪਿੱਛੇ ਤੁਰੇ ਚੱਲੋ। ਜਿੱਥੇ ਗੁਰੂ ਜੀ ਹੋਣਗੇ ਘੋੜੀ ਉੱਥੇ ਹੀ ਜਾ ਖੜੀ ਹੋਵੇਗੀ। ਜਦ ਸੰਗਤ ਨੇ ਇਸ ਤਰ੍ਹਾਂ ਹੀ ਕੀਤਾ ਤਾਂ ਘੋੜੀ ਬਾਸਰ ਕੇ ਪਹੁੰਚ ਗਈ। ਉਸ ਕੱਚੇ ਕੋਠੇ ਪਾਸ ਜਾ ਖੜੀ ਹੋਈ ਜਿਸ ਵਿੱਚ ਗੁਰੂ ਸਾਹਿਬ ਜੀ ਸਮਾਧੀ ਲਾ ਕੇ ਬੈਠੇ ਹੋਏ ਸਨ। ਭਾਈ ਬੁੱਢਾ ਜੀ ਨੇ ਜਦ ਉਸ ਕੋਠੇ ਦੇ ਦਰਵਾਜ਼ੇ ਉੱਤੇ ਗੁਰੂ ਜੀ ਦਾ ਹੁਕਮ ਲਿਖਿਆ ਹੋਇਆ ਪੜ੍ਹਿਆ ਤਾਂ ਉਹਨਾਂ ਨੇ ਸੰਗਤ ਨੂੰ ਆਖਿਆ ਕਿ ਸਾਨੂੰ ਬੂਹਾ ਨਹੀਂ ਖੋਲ੍ਹਣਾ ਚਾਹੀਦਾ। ਬੂਹਾ ਖੋਲ੍ਹਣ ਨਾਲ ਗੁਰੂ ਜੀ ਦੇ ਹੁਕਮ ਦੀ ਉਲੰਘਣਾ ਹੋਵੇਗੀ। ਇਸ ਕਰਕੇ ਇਸ ਕੋਠੇ ਦੇ ਪਿੱਛੋਂ ਕੰਧ ਪਾੜ ਕੇ ਹੀ ਅੰਦਰ ਜਾਣਾ ਠੀਕ ਹੈ। ਸੋ ਸੰਗਤ ਨੇ ਸ਼ੀਘਰ ਹੀ ਗੁਰੂ ਜੀ ਦੇ ਦਰਸ਼ਨ ਕਰਨ 'ਤੇ ਉਤਸ਼ਾਹ ਕਰਕੇ ਪਿੱਛੋਂ ਕੰਧ ਪਾੜ ਦਿੱਤੀ ਅਤੇ ਅੰਦਰ ਲੰਘ ਕੇ ਗੁਰੂ ਜੀ ਦੇ ਚਰਨਾਂ 'ਤੇ ਜਾ ਮੱਥਾ ਟੇਕਿਆ। ਆਪ ਜੀ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਸਿੱਖਾਂ ਦਾ ਕੰਧ ਪਾੜ ਕੇ ਅੰਦਰ ਚਲੇ ਜਾਣਾ ਵੇਖ ਕੇ ਗੁਰੂ ਜੀ ਬੜੇ ਪ੍ਰਸੰਨ ਹੋਏ ਅਤੇ ਬਚਨ ਕੀਤਾ ਕਿ ਇਸ ਸੰਨ ਦੇ ਰਸਤੇ ਜਿਹੜਾ ਪੁਰਸ਼ ਸ਼ਰਧਾ ਪ੍ਰੇਮ ਨਾਲ ਇਕੱਠਾ ਇਸ ਕੋਠੇ ਦਾ ਦਰਸ਼ਨ ਕਰੇਗਾ ਉਸ ਦੀ 84 ਕੱਟੀ ਜਾਏਗੀ। ਉਪਰੰਤ ਸੰਗਤ ਜੀ ਬੇਨਤੀ ਪ੍ਰਵਾਨ ਕਰਕੇ ਗੁਰੂ ਜੀ ਸੰਗਤ ਦੇ ਨਾਲ ਗੋਇੰਦਵਾਲ ਆ ਗਏ। ਇਸ ਨਾਲ ਸਾਰੇ ਗੋਇੰਦਵਾਲ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਮੁਗਲ ਬਾਦਸ਼ਾਹ ਦੇ ਸਮੇਂ ਦਿੱਲੀ ਅਤੇ ਲਾਹੌਰ ਦੇ ਰਾਹ ਵਿੱਚ ਬਿਆਸਾ ਨਦੀ ਤੋਂ ਪਾਰ ਹੋਣ ਵਾਸਤੇ ਗੋਇੰਦਵਾਲ ਦਾ ਪੱਤਣ ਪ੍ਰਸਿੱਧ ਸੀ। ਸ਼ਾਹੀ ਸੈਨਾ ਦੇ ਠਹਿਰਨ ਵਾਸਤੇ ਬੜੀਆਂ ਵੱਡੀਆਂ ਸਰਾਵਾਂ ਬਣੀਆਂ ਹੋਈਆਂ ਸਨ। ਇਹਨਾਂ ਸਰਾਵਾਂ ਵਿੱਚ ਆਵਾਜਾਈ ਦੇ ਕਾਰਨ ਸਦਾ ਹੀ ਰੌਣਕਾਂ ਲੱਗੀਆਂ ਰਹਿੰਦੀਆਂ। ਇਹਨਾਂ ਰੌਣਕਾਂ ਦੇ ਕਾਰਨ ਤਿਜਾਰਤ ਪੇਸ਼ਾ ਕੁਝ ਸ਼ੇਖਾਂ ਦੇ ਇੱਥੇ ਘਰ ਵਸਦੇ ਸਨ। ਇਹਨਾਂ ਦੇ ਲੜਕੇ ਗੁਰੂ ਜੀ ਨਾਲ ਸਦਾ ਹੀ ਨੋਕ ਝੋਕ ਲਾਈ ਰੱਖਦੇ ਸਨ। ਸਿੱਖਾਂ ਦੇ ਪਾਣੀ ਦੇ ਘੜੇ ਗੁਲੇਲੇ ਮਾਰ ਕੇ ਭੰਨ ਦਿੰਦੇ ਸਨ ਤੇ ਸਿੱਖ ਇਸਤਰੀਆਂ ਨੂੰ ਵੱਧ ਘੱਟ ਬੋਲਦੇ ਰਹਿੰਦੇ ਸਨ। ਜਦ ਸਿੱਖਾਂ ਨੇ ਗੁਰੂ ਜੀ ਨੂੰ ਇਹ ਸਾਰੀ ਗੱਲ ਦੱਸੀ ਤਾਂ ਆਪ ਜੀ ਨੇ ਕਿਹਾ ਕਰਤਾ ਪੁਰਖ ਇਹਨਾਂ ਨੂੰ ਆਪ ਹੀ ਬੰਦ ਕਰੇਗਾ। ਤੁਸੀਂ ਸ਼ਾਂਤੀ ਰੱਖੋ। ਕੁਝ ਦਿਨ ਠਹਿਰ ਕੇ ਇੱਥੇ ਸੰਨਿਆਸੀ ਸਾਧੂਆਂ ਦਾ ਇੱਕ ਡੇਰਾ ਆਣ ਉਤਰਿਆ। ਜਦ ਉਹ ਖੂਹ ਤੋਂ ਪਾਣੀ ਲੈਣ ਗਏ ਤਾਂ ਸ਼ੇਖਾਂ ਦੇ ਮੁੰਡਿਆਂ ਨੇ ਉਹਨਾਂ ਦੇ ਘੜੇ ਵੀ ਭੰਨ ਦਿੱਤੇ। ਤਦ ਸੰਨਿਆਸੀਆਂ ਨੇ ਸ਼ੇਖਾਂ ਦੇ ਮੁੰਡਿਆਂ ਨੂੰ ਫੜ ਕੇ ਬਹੁਤ ਮਾਰਿਆ ਅਤੇ ਉਹਨਾਂ ਦੀ ਚੰਗੀ ਗੱਤ ਬਣਾਈ। ਇਸ ਘਟਨਾ ਦੇ ਕੁਝ ਦਿਨ ਪਿੱਛੋਂ ਹੀ ਪਠਾਨ ਫੌਜੀਆਂ ਦਾ ਲਸ਼ਕਰ ਦਿੱਲੀ ਤੋਂ ਲਾਹੌਰ ਨੂੰ ਜਾਂਦਾ ਹੋਇਆ ਇੱਥੇ ਆ ਉਤਰਿਆ। ਉਸ ਰਾਤ ਬੜੀ ਹਨੇਰੀ ਚੱਲੀ ਜਿਸ ਨਾਲ ਡੇਰੇ ਵਿੱਚ ਹਫੜਾ ਤਫੜੀ ਪੈ ਗਈ ਅਤੇ ਪਠਾਨਾਂ ਦੀ ਇੱਕ ਖੱਚਰ ਸ਼ੇਖਾਂ ਦੇ ਮੁੰਡਿਆਂ ਨੇ ਘੇਰ ਕੇ ਆਪਣੇ ਅੰਦਰ ਬੰਨ੍ਹ ਲਈ। ਸਵੇਰੇ ਜਦ ਪਠਾਨਾਂ ਨੇ ਆਪਣੀ ਇੱਕ ਖੱਚਰ ਗੁੰਮ ਵੇਖੀ ਤਾਂ ਉਹਨਾਂ ਨੇ ਉਸ ਦੀ ਭਾਲ ਕਰਕੇ ਇੱਕ ਸ਼ੇਖ ਦੇ ਘਰ ਬੱਧੀ ਹੋਈ ਫੜ ਲਈ ਅਤੇ ਸ਼ੇਖਾਂ ਨੂੰ ਚੋਰੀ ਦੇ ਇਲਜ਼ਾਮ ਵਿੱਚ ਬਹੁਤ ਮਾਰਿਆ ਅਤੇ ਉਹਨਾਂ ਦੇ ਘਰ ਲੁੱਟ ਲਏ। ਜਦ ਇਹ ਸਾਰੀ ਗੱਲ ਸਿੱਖਾਂ ਨੇ ਗੁਰੂ ਜੀ ਨੂੰ ਦੱਸੀ, ਆਪ ਜੀ ਨੇ ਬਚਨ ਕੀਤਾ ਕਿ ਜੋ ਨਿਰਵੈਰ ਪੁਰਸ਼ ਨਾਲ ਇਉਂ ਜੋਰੀ ਕਰਦਾ ਹੈ ਉਹ ਆਪੇ ਹੀ ਦੁੱਖ ਪਾਉਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਜੇਕਰ ਤੁਹਾਨੂੰ ਇਹ ਕਥਾ ਚੰਗੀ ਲੱਗੀ ਹੋਵੇ, ਮਨ ਨੂੰ ਛੂਹ ਗਈ ਹੋਵੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਅਤੇ ਜੇਕਰ ਤੁਸੀਂ ਚੈਨਲ 'ਤੇ ਨਵੇਂ ਆਏ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਵੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।